ताक ध्यान लगायो। नात फिरियो लिए सात समुद्रन। लोक गयो परलोक गवायो। बास कियो बिख्यान सो बैठ कर। ऐसे ही ऐसे सो बहस बितायो। साच कहो सुन लेहो सब। जिन प्रेम कियो तिन ही प्रभ पायो। साच कहो सुन लेहो सब। जिन प्रेम कियो तिन ही प्रभ पायो। वह प्रगट्यो मर्द अगम्मड़ा। वरेआम अकेला। वाह वाह गोबिंद सिंह आपे गुर चेला। सतनाम श्री वाहेगुरु साहिब जियो। श्लोक गुरुदेव माता गुरुदेव पिता। गुरुदेव स्वामी परमेश्वरा। गुरुदेव सखा अज्ञान भंजना। गुरुदेव बंदप सहोदरा। गुरुदेव माता गुरुदेव पिता। गुरुदेव स्वामी परमेश्वरा। गुरुदेव सखा अज्ञान भंजना। गुरुदेव बंदप सहोदरा। गुरुदेव दाता हर नाम उपदेश। गुरुदेव मंत निरोधरा। गुरुदेव शांत सत बुध मूरत। गुरुदेव पारस परस परा। गुरुदेव तीरथ अमृत सरोवर। गुर ज्ञान मज्जन अपरंपरा। गुरुदेव करता सब पाप हरता। गुरुदेव पतत पवित करा। गुरुदेव आद जुगाद जुग जुग। गुरुदेव मंत हर जप उदरा। गुरुदेव संगत
ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗ ਤਰਾ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰਿ ਨਮਸਕਾਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗ ਤਰਾ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰਿ ਨਮਸਕਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਹੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਬਾਣੀ ਕੇ ਬੋਹਿਤ ਮਿਹਰਾਂ ਦੇ ਦਾਤੇ ਬਖਸ਼ਿਸ਼ਾਂ ਦੇ ਭੰਡਾਰ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੀ ਪਾਵਨ ਪਵਿੱਤਰ ਮੁਕੱਦਸ ਗੋਦ ਅੰਦਰ ਹਾਜ਼ਰੀਨ ਹੋਏ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ ਵਡਭਾਗੇ ਹਾਂ। ਭਾਈ ਗੁਰਦੇਵ ਨੇ ਇਹ ਸਤਸੰਗ ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ ਨੇ। ਗੁਰੂ ਦਰਬਾਰ ਦੇ ਹਜ਼ੂਰੀ ਰਾਗੀ ਜਥੇ ਪਾਸੋਂ ਪਾਵਨ ਪਵਿੱਤਰ ਸ਼ਬਦ ਸਰਵਨ ਕਰ ਰਹੇ ਸਾਂ। ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰ ਕਾ ਮਿਟ ਗਿਆ ਜਾਤ ਪੇਖੋਂ ਤਤ ਤੂੰ। ਮੇਰੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਵਿੱਚ ਪਹਿਲੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਇੱਕ ਗੱਲ ਬੜੀ ਸਾਂਝੀ ਮੇਰੇ ਹਜ਼ੂਰ ਨੇ ਕਿਰਪਾ ਕੀਤੀ। ਕਹਿਣ ਲੱਗੇ ਜੋਤ ਓਹਾ ਜੁਗਤ ਸਾਏ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਦੇ ਵਿੱਚ ਇੱਕੋ ਜੋਤ ਹੈ। ਇਸ ਗੱਲ ਦੀ ਗਵਾਹੀ ਸਮੁੱਚਾ ਗੁਰੂ ਗ੍ਰੰਥ ਸਾਹਿਬ ਭਰਦਾ ਹੈ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਤੋਂ ਬਾਅਦ ਬਾਣੀ ਰਚਨ ਵਾਲੇ ਦਾਤਿਆਂ ਨੇ ਨਾਨਕ ਲਫ਼ਜ਼ ਦੀ ਵਰਤੋਂ ਕੀਤੀ ਤੇ ਇਹ ਪਾਠ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਸ਼ਨ ਕਰਨ ਨੂੰ ਮਿਲਦਾ ਹੈ। ਜਦੋਂ ਹਜ਼ੂਰ ਕਹਿੰਦੇ ਨੇ ਨਾਨਕ ਤੂੰ ਲਹਿਣਾ ਤੂੰ ਗੁਰ ਅਮਰ ਤੂੰ ਵਿਚਾਰਿਆ ਗੁਰ ਡਿਠਾ ਤਾਂ ਮਨ ਸਾਧਾਰਿਆ। ਅੱਜ ਸਵੇਰ ਤੋਂ ਹੀ ਵੱਡੇ ਪੱਧਰ ਦੇ ਉੱਤੇ ਸਰਬੰਸ ਦਾਨੀ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਨੂੰ ਸਮੁੱਚਾ ਬ੍ਰਹਿਮੰਡ ਚੇਤੇ ਕਰਦਿਆਂ ਹੋਇਆਂ ਜਿਹੜੇ ਆਧੁਨਿਕ ਸਾਧਨ ਨੇ ਉਹਨਾਂ ਦੇ ਰਾਹੀਂ ਸੁਨੇਹੇ ਭੇਜੇ ਜਾ ਰਹੇ ਨੇ। ਤੇ ਮੇਰੇ ਖਿਆਲ ਵਿੱਚ ਜਿਹੜੇ ਦਰਬਾਰ ਦੇ ਵਿੱਚ ਇਹ ਲਫ਼ਜ਼ ਲਿਖੇ ਹੋਏ ਨੇ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਾਵ ਲਿਓ। ਗੁਰੂ ਪਿਆਰੀ ਸਾਧ ਸੰਗਤ ਲੜੀਵਾਰ ਵਿਚਾਰ ਦੇ ਅਧੀਨ ਗੌੜੀ 52 ਅੱਖਰੀ ਦੇ ਸਿਰਲੇਖ ਥੱਲੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੇ ਜਿਹੜੀ ਬਖਸ਼ਿਸ਼ ਸੰਸਾਰ ਦੇ ਉੱਤੇ ਅੱਜ ਕੀਤੀ ਹੈ ਤੇ ਮੇਰੇ ਖਿਆਲ ਵਿੱਚ
ਕੱਲ ਰਾਤ ਦੇ ਦੀਵਾਨ ਵਿੱਚ ਵੀ ਇਸ ਸੰਦਰਭ ਦੇ ਵਿੱਚ ਕੁਝ ਬੇਨਤੀਆਂ ਕੀਤੀਆਂ ਸਨ ਤੇ ਅੱਜ ਇਤਿਹਾਸਕ ਪੰਨੇ ਫਰੋਲਦਿਆਂ ਹੋਇਆਂ ਆਪ ਸੰਗਤ ਨਾਲ ਕੁਝ ਵਿਚਾਰਾਂ ਦੀ ਸਾਂਝ ਪਾਉਣ ਦੀ ਕੋਸ਼ਿਸ਼ ਕਰਨੀ ਹੈ। ਸਮੁੱਚਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਇਸ ਗੱਲ ਦੀ ਗਵਾਹੀ ਭਰਦਾ ਹੈ। ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ, ਸੁਣਿਆ ਜੇ ਸਾਧ ਸੰਗਤ ਧਿਆਨ ਨਾਲ, ਸੋ ਗੁਰ ਕਰੋ ਜੇ ਬਾਹਰ ਨਾ ਕਰਨਾ, ਸੋ ਧਿਆਨ ਧਰੋ ਜੇ ਬਾਹਰ ਨਾ ਧਰਨਾ, ਐਸੇ ਮਰੋ ਜੇ ਬਾਹਰ ਨਾ ਮਰਨਾ। ਬੜਾ ਵਡਭਾਗਾ ਤੇ ਖੁਸ਼ਕਿਸਮਤ ਹੈ ਮਾਲਕ ਦਾ ਉਹ ਸੇਵਕ ਜਿਹੜਾ ਭਾਈ ਆਪਣੇ ਜੀਵਨ ਕਾਲ ਦੇ ਵਿੱਚ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੂੰ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਨੂੰ ਆਪਣਾ ਮੁਰਸ਼ਦ, ਆਪਣਾ ਗੁਰੂ ਮਹਿਸੂਸ ਕਰਦਾ ਹੈ। ਤੇ ਗਨੀਮਤ ਹੈ ਉਹਨਾਂ तमाम ਗੁਰੂ ਸਾਹਿਬਾਨਾਂ ਵੱਲੋਂ ਕਿ ਐਲਾਨ ਕਰ ਦਿੱਤਾ ਇਸ ਸੰਸਾਰ ਪੱਧਰ ਦੇ ਉੱਤੇ ਉਹਨਾਂ ਮਹਾਂਪੁਰਖਾਂ ਨੇ ਬਚਨ ਸਾਰਿਆਂ ਦੀ ਸੂਰਤ ਵਿੱਚ ਨੇ ਜ਼ਰੂਰ ਕਿਰਪਾ ਕਰਿਆ ਜੀ। ਜਦੋਂ ਆਪਾਂ ਅਰਦਾਸ ਦੀ ਸਮਾਪਤੀ ਤੋਂ ਬਾਅਦ ਉਚਾਰਨ ਕਰਦੇ ਹਾਂ, ਆਗਿਆ ਭਈ ਅਕਾਲ ਕੀ, ਤਬ ਹੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਤੇ ਇਹ ਕਿਰਪਾ, ਇਹ ਬਖਸ਼ਿਸ਼ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਸਾਡੇ ਵਿਦਵਾਨਾਂ ਦੇ ਮੁਤਾਬਕ ਜਦੋਂ ਪੰਥ ਨੂੰ ਅੰਤਮ ਰੂਪ ਦਿੰਦੇ ਨੇ ਤੇ ਉਸ ਦੇ ਰਾਹੀਂ ਸੰਸਾਰ ਦੇ ਸਨਮੁਖ ਉਜਾਗਰ ਕਰਦੇ ਨੇ। ਤੇ ਅਹਿਮ ਨੁਕਤਾ ਕੀ ਹੈ ਵੀ ਇਹ ਗੁਰੂ ਦਾ ਹੁਕਮ ਹੈ, ਇਸ ਦੇ ਵਿੱਚ ਅਦਲਾ ਬਦਲੀ ਨਹੀਂ ਹੋ ਸਕਦੀ। ਸਭ ਸਿੱਖਣ ਕੋ ਹੁਕਮ ਹੈ। ਸਲਾਹ ਬੰਦੇ ਦੀ ਮਰਜ਼ੀ ਹੈ, ਉਹ ਮੰਨੇ ਜਾਂ ਨਾ ਮੰਨੇ, ਪਰ ਜਦੋਂ ਬਚਨ ਹੁਕਮ ਦੇ ਰੂਪ ਵਿੱਚ ਆਏ ਤੇ ਹਜ਼ੂਰ ਬਖਸ਼ਿਸ਼ ਕਰਦਿਆਂ ਕਹਿਣ ਲੱਗੇ, ਭਾਈ ਯਕੀਨੀ ਬਣਾ, ਜੋ ਗੁਰ ਕਹੈ ਸੋਈ ਭਲ ਮਾਨੋ। ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਗੁਰੂ ਤੇਰੀ ਸੁਰਤ ਨੂੰ ਜੋ ਸੇਧ ਦਿੰਦਾ ਹੈ, ਜੇ ਉਸ ਨੂੰ ਭਾਈ ਸੱਚ ਕਰਕੇ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਏਗਾ, ਅਪਣਾ ਲਏਗਾ, ਤਾਂ ਸੁਭਾਵਕ ਉਸ ਮਰਾਤਬੇ ਦੇ ਉੱਤੇ ਪਹੁੰਚੇਗਾ ਜਿਹਨੂੰ ਮੇਰੇ ਸਾਹਿਬ ਬਖਸ਼ਿਸ਼ ਕਰਦਿਆਂ ਕਹਿਣ ਲੱਗੇ, ਹਰ ਹਰ ਕਥਾ ਨਿਰਾਲੀ। ਇਹ ਅਹਿਸਾਸ ਬਹੁਤ ਵਡਮੁੱਲਾ, ਬਹੁਤ ਅਗੰਮੀ ਹੈ। ਮੇਰੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੇ ਵਾਰ-ਵਾਰ ਸੰਸਾਰ ਦੇ ਸਨਮੁਖ ਇਹਨਾਂ ਬਚਨਾਂ ਨੂੰ ਉਜਾਗਰ ਕੀਤਾ ਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਭਲਿਓ, ਗੁਰੂ ਤੋਂ ਬਿਨਾਂ ਜੀਵਨ ਦੇ ਵਿੱਚ ਅਗਿਆਨਤਾ ਰੂਪੀ ਹਨੇਰਾ ਹੈ। ਤੇ ਜਿੰਨਾ ਮਰਜ਼ੀ ਐਡਵਾਂਸ ਟੈਕਨੋਲੋਜੀ ਆ ਗਈ ਹੈ, ਤਕਨੀਕ ਆ ਗਈ ਹੈ, ਸਾਧਨ ਆ ਗਏ ਨੇ, ਪਰ ਉਹਨਾਂ ਸਾਧਨਾਂ ਦੇ ਨਾਲ ਨਾਲ ਉਹਨਾਂ ਦੀਆਂ ਸਮੱਸਿਆਵਾਂ ਵੀ ਸਾਡੇ ਜੀਵਨ ਦੇ ਵਿੱਚ, ਸਾਡੇ ਘਰਾਂ ਦੇ ਵਿੱਚ ਆਈਆਂ ਨੇ। ਤੇ ਜੇ ਇਹਨਾਂ ਅਲਾਮਤਾਂ ਦੇ ਵਿੱਚੋਂ ਕੋਈ ਮਨੁੱਖ ਅੱਗੇ ਲੰਘਣਾ ਚਾਹੁੰਦਾ ਹੈ ਤਾਂ ਮੇਰੇ ਹਜ਼ੂਰ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ, ਗੁਰੂ ਦੇ ਕੋਲ ਇੱਕ ਅਜ਼ਮਤ ਹੈ, ਇਹ ਕਰਾਮਾਤ ਹੈ, ਇਹ ਸ਼ਕਤੀ ਹੈ। ਗੁਰੂ ਆਪ ਬੰਧਨਾਂ ਤੋਂ ਨਿਰਲੇਪ ਹੈ, ਬੰਧਨਾਂ ਤੋਂ ਮੁਕਤ ਹੈ, ਤੇ ਗੁਰੂ ਤੇਰੇ ਜੀਵਨ ਨੂੰ ਬੰਧਨਾਂ ਤੋਂ ਮੁਕਤ ਕਰ ਦੇਵੇਗਾ। ਬਾਬਾ ਕਬੀਰ ਜੀ ਦੇ ਬੜੇ ਪਵਿੱਤਰ ਬੋਲ ਨੇ। ਭਗਤ ਜੀ ਕਹਿਣ ਲੱਗੇ, ਕਬੀਰ ਗੁਰ ਲਾਗਾ ਤਬ ਜਾਣੀਐ। ਗੁਰੂ ਦੇ ਬਚਨਾਂ ਦਾ ਜੀਵਨ ਉੱਤੇ ਅਸਰ ਹੋ ਗਿਆ ਹੈ, ਕਦੋਂ ਮਹਿਸੂਸ ਹੋਵੇ ਇਹ ਗੱਲ। ਹਜ਼ੂਰ ਕਹਿਣ ਲੱਗੇ, ਰਿਜ਼ਲਟ ਇੱਕੋ ਹੀ ਹੈ, ਮਿਟੈ ਮੋਹ ਤਨ ਤਾਪ। ਜੜੀਆਂ ਤੰਦਾਂ ਦੇ ਵਿੱਚ ਮਨੁੱਖ ਉਲਝਿਆ ਹੋਇਆ ਹੈ,
ਉਹਨਾਂ ਦੇ ਵਿੱਚੋਂ ਬਾਹਰ ਨਿਕਲ ਜਾਏਗਾ, ਬਾਖੂਬੀ ਜ਼ਿੰਮੇਵਾਰੀ ਨਿਭਾਏਗਾ, ਅੱਖੋਂ ਪਰੋਖੇ ਨਹੀਂ ਕਰੇਗਾ, ਪਰ ਉਹਦੇ ਵਿੱਚ ਗਲਤਾਨ ਨਹੀਂ ਹੋਏਗਾ। ਤੇ ਇਹ ਹੀ ਖੇਡ ਅੱਜ ਇਸ ਸੰਸਾਰ ਦੇ ਵਿੱਚ ਸਾਨੂੰ ਸਮਝ ਲੈਣ ਦੀ ਲੋੜ ਹੈ। ਇੱਕ ਪੰਕਤੀ ਮੈਂ ਹੋਰ ਆਪ ਜੀ ਦੇ ਸਨਮੁਖ ਰੱਖ ਕੇ ਤੇ ਫਿਰ ਜਿਹੜੇ ਇਤਿਹਾਸ ਦੇ ਪੰਨੇ ਆਪਾਂ ਅੱਜ ਫਰੋਲਣੇ ਨੇ ਉਹਨਾਂ ਵਾਲੇ ਪਾਸੇ ਦਾਸ ਆਵੇਗਾ। ਮੇਰੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਕਰਦਿਆਂ ਕਹਿਣ ਲੱਗੇ, ਸੰਸਾਰ ਦੇ ਲੋਗੋ, ਇਸ ਗੱਲ ਨੂੰ ਆਪਣੇ ਜਿਹਨ ਵਿੱਚ ਰੱਖਿਆ ਜੀ ਤੇ ਮੈਨੂੰ ਮਾਫ ਕਰਿਆ ਜੀ ਸਾਧ ਸੰਗਤ, ਅੱਜ 21ਵੀਂ ਸਦੀ ਦੇ ਅੰਦਰ ਵੀ ਲੋਕ ਹੈਰਾਨ ਨੇ ਇਸ ਗੱਲ ਨੂੰ ਲੈ ਕੇ। ਨਾ ਜੰਗਲਾਂ 'ਚ ਜਾਣ ਦੀ ਲੋੜ ਹੈ, ਨਾ ਧੂਣੀਆਂ ਤਪਾਉਣ ਦੀ ਲੋੜ ਹੈ, ਨਾ ਘਰ ਛੱਡਣ ਦੀ ਲੋੜ ਹੈ, ਨਾ ਪੁੱਠੇ ਲਟਕਣ ਦੀ ਲੋੜ ਹੈ। ਐਸੀ ਕਿਰਪਾ ਜਦੋਂ ਆਪਾਂ ਕਥਾ ਦਾ ਆਗਾਜ਼ ਕੀਤਾ ਤੇ ਮੈਂ ਇਹ ਬੋਲ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਜੀ ਦੇ ਆਪ ਜੀ ਦੇ ਨਾਲ ਸਾਂਝੇ ਕੀਤੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦੇ ਘਰ ਦੀ ਖੇਡ ਪ੍ਰੇਮਾ ਭਗਤੀ ਦੀ ਖੇਡ ਹੈ। ਮੇਰੇ ਖਿਆਲ ਸਾਰਿਆਂ ਨੂੰ ਪਾਠ ਚੇਤੇ ਹੋਵੇਗਾ, ਜ਼ਰੂਰ ਕਿਰਪਾ ਕਰਿਆ ਜੇ। ਜਦੋਂ ਮੇਰੇ ਮਾਲਕ ਇਹ ਕਹਿੰਦੇ ਨੇ, ਸਾਚ ਕਹੋ ਸੁਣ ਲੇਹੋ ਸਭ ਹੈ, ਵੀ ਹੱਦ ਹੋ ਗਈ। ਗੁਰੂ ਵੀ ਸਾਡੇ ਹੌਲਿਆਂ ਮਨਾਂ ਨੂੰ ਯਕੀਨ ਦਿਵਾਉਣ ਵਾਸਤੇ ਇਹ ਬਚਨ ਕਿਰਪਾ ਕਰ ਰਿਹਾ, ਭਾਈ ਮੈਂ ਸੱਚ ਕਹਿੰਦਾ ਪਿਆ ਜੀ, ਇਹਨੂੰ ਸੱਤ ਕਰਕੇ ਆਪਣੀ ਜੀਵਨ ਦੇ ਵਿੱਚ ਅਪਣਾ ਲਿਆ ਜੇ, ਇਹਦੇ ਉੱਤੇ ਡਾਊਟ ਸ਼ੰਕਾ ਨਾ ਕਰਿਆ ਜੀ। ਤੇ ਇਸ ਤੋਂ ਪਹਿਲਾਂ ਜਿੰਨਾ ਪਾਠ ਹੈ ਉਹ ਦੁਨੀਆ ਦੇ ਤਿਆਰ ਕੀਤੇ ਹੋਏ ਢੰਗ ਤਰੀਕੇ, ਜਿਨ੍ਹਾਂ ਨੂੰ ਮੇਰੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਅੱਖੋਂ ਪਰੋਖੇ ਕਰਦੀ ਹੈ, ਤੇ ਉਹਨਾਂ ਦੇ ਗੁਣ ਅਵਗੁਣ ਵੀ ਸੰਸਾਰ ਦੇ ਸਨਮੁਖ ਉਜਾਗਰ ਕੀਤੇ ਗਏ। ਭਾਵੇਂ ਅੱਖਾਂ ਮੀਟਣ ਵਾਲੇ ਨੇ, ਭਾਵੇਂ ਸਮਾਧੀਆਂ ਲਾਉਣ ਵਾਲੇ ਨੇ, ਭਾਵੇਂ ਧੂਣੀਆਂ ਤਪਾਉਣ ਵਾਲੇ ਨੇ। ਮਹਾਰਾਜ ਨੇ ਕੀ ਕਿਰਪਾ ਕੀਤੀ, ਕਹਿਣ ਲੱਗੇ, ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰਿਓ, ਨਾਨਕ ਘਰ ਹੀ ਬੈਠਿਆਂ ਛੋ ਮਿਲੈ, ਜੇ ਨੀਅਤ ਰਾਸ ਕਰਿਓ। ਮੇਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੇ ਬੜੇ ਕਮਾਲ ਦੇ ਬੋਲ ਨੇ, ਨਾਨਕ ਸਤਿਗੁਰ ਭੇਟਿਐ, ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ। ਕੋਈ ਵੀ ਐਸਾ ਕਰਮ ਹੈ ਜਿਸ ਨੂੰ ਗੁਰੂ ਨੇ ਤਿਆਗਣ ਵਾਸਤੇ, ਛੱਡਣ ਵਾਸਤੇ ਕਿਹਾ ਹੋਵੇ। ਹਜ਼ੂਰ ਕਹਿਣ ਲੱਗੇ, ਸੰਸਾਰ ਦੇ ਵਿੱਚ ਰਹਿਣਾ, ਚੰਗਾ ਸਮਾਜਿਕ ਪ੍ਰਾਣੀ ਬਣ ਕੇ ਵਿਚਰਨਾ, ਤੇ ਸਾਰੇ ਗੁਰੂ ਸਾਹਿਬਾਨ ਦਾ, ਧੰਨ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੀ ਆਰਬਲਾ ਘੱਟ ਸੀ, ਗ੍ਰਸਤੀ ਹੋਣਾ ਇਸ ਗੱਲ ਦਾ ਲਖਾਇਕ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੇ ਦੁਆਰਾ ਖੇਤੀਬਾੜੀ ਕਰਨੀ, ਹਾਲ ਚਲਾਉਣੇ, ਦੁਕਾਨਦਾਰੀ ਕਰਨੀ, ਨੌਕਰੀ ਕਰਨੀ, ਇਹ ਸਲੀਕਾ ਸੀ। ਸੰਸਾਰ ਦੇ ਵਿੱਚ ਰਹਿ ਕੇ ਕਰਮ ਕਿਵੇਂ ਕਮਾਉਣਾ ਹੈ ਤੇ ਧਰਮ ਕਿਵੇਂ ਕਮਾਉਣਾ ਹੈ। ਜਦੋਂ ਕਰਮ ਦੀ ਗੱਲ ਹੈ ਉਸ ਵੇਲੇ ਵੀ ਸੱਚਾਈ ਤੇ ਇਮਾਨਦਾਰੀ ਹੈ, ਤੇ ਜਿਸ ਵੇਲੇ ਧਰਮ ਦੀ ਬਖਸ਼ਿਸ਼ ਹੈ ਤੇ ਮੈਨੂੰ ਖਿਮਾ ਕਰਿਆ ਜੇ, ਹਕੀਕਤ ਹੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੀ ਇਹ ਹੈ। ਤੇ ਕਿਸੇ ਵੇਲੇ ਤੇ ਬਾਣੀ ਪੜ੍ਹਦਿਆਂ ਐਵੇਂ ਲੱਗਦਾ ਹੈ ਜਿਵੇਂ ਹਜ਼ੂਰ ਸੱਚੇ ਪਾਤਸ਼ਾਹ ਜੀ ਮਹਾਰਾਜ ਬਿਲਕੁਲ ਸਨਮੁਖ ਲੋ ਕੇ ਇਹ ਸਵਾਲ ਕਰਦੇ ਹੋਣ, ਕਾਹੇ ਰੇ ਬਨ ਖੋਜਨ ਜਾਈ। ਕਿਉਂ ਭਾਈ ਜੰਗਲਾਂ 'ਚ ਭਟਕਦਾ, ਕਿਉਂ ਪਰੇਸ਼ਾਨ ਹੁੰਦਾ? ਸਰਬ ਨਿਵਾਸੀ ਕਿਹੜੀ ਥਾਂ ਹੈ ਜਿੱਥੇ ਰੱਬ ਨਹੀਂ ਵਿਦਮਾਨ ਹੈਗਾ। ਸਾਧੂ ਮਹਾਤਮਾਵਾਂ ਦਾ ਇੱਕ ਟੋਲਾ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਆਇਆ। ਬੜੀ ਮੌਜ ਦੇ ਵਿੱਚ ਨੇ, ਹਰ ਜੀਵਨ ਦੀ ਸੁੱਖ ਸੁਵਿਧਾ ਉੱਥੇ ਮੌਜੂਦ ਹੈ, ਲੰਗਰ ਛਕਣ ਵਾਸਤੇ ਸਤ ਸੰਗ ਉਸ ਮਾਲਕ ਦੀ ਇਬਾਦਤ ਦੇ ਲਈ ਹੈ। ਬੜਾ ਮਨ ਲੱਗਾ, ਹਿਰਦਾ ਗਦ ਗਦ ਹੋ ਗਿਆ। ਮੇਰੇ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੀ ਸੰਗਤ ਦੇ ਵਿੱਚ ਵਕਤ ਨੇ ਕਰਵਟ ਬਦਲੀ। ਉਹਨਾਂ ਸਾਰੇ ਸੱਜਣਾ ਨੇ ਮਨ ਬਣਾਇਆ ਕਿ ਕਿਉਂ ਨਾ
ਹੁਣ ਅੱਗੇ ਪ੍ਰਸਥਾਨ ਕੀਤਾ ਜਾਏ, ਅੱਗੇ ਕੂਚ ਕੀਤਾ ਜਾਏ। ਬਹੁਤ ਸ਼ੋਭਾ ਕੀਤੀ ਗੁਰੂ ਘਰ ਦੀ, ਬੜੀ ਵਡਿਆਈ ਕੀਤੀ। ਅਖੀਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਆਗਿਆ ਲੈਣ ਵਾਸਤੇ ਹਾਜ਼ਰ ਹੋਏ। ਇਕਾਗਰਤਾ ਬਖਸ਼ਿਆ ਜੀ ਸਾਧ ਸੰਗਤ। ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਮਹਾਰਾਜ ਮੁਸਕਰਾਉਂਦਿਆਂ ਕਹਿਣ ਲੱਗੇ, ਭਾਈ ਕਿੱਥੋਂ ਆਏ ਹੋ ਤੇ ਕਿੱਧਰ ਚੱਲੇ ਹੋ? ਤੇ ਜਿਹੜਾ ਅਹਿਮ ਸਵਾਲ ਸੀਗਾ, ਤੁਸੀਂ ਕਿਸ ਦੀ ਭਾਲ ਵਿੱਚ ਹੋ? ਜਵਾਬ ਬਿਲਕੁਲ ਸਪਸ਼ਟ ਸੀਗਾ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੇ ਸਿੱਧ ਗੋਸ਼ਟ ਦੇ ਵਿੱਚ ਇਹ ਸਵਾਲ ਇਸ ਰੂਪ ਦੇ ਵਿੱਚ ਦਰਜ ਕੀਤਾ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵਖਰ ਕੇ ਤੁਮ ਵਣਜਾਰੇ, ਕਿਉਂ ਕਰ ਸਾਥ ਲੰਘਾਵੋ ਪਾਰੇ। ਸੁਣਿਆ ਜੀ ਬੇਨਤੀ ਨੂੰ ਧਿਆਨ ਦੇ ਨਾਲ ਸਾਧ ਸੰਗਤ। ਜਗ੍ਹਾ ਇੱਕੋ ਹੀ ਹੈ, ਪਾਤਰ ਦੋ ਨੇ। ਇੱਕ ਜੇਲਰ ਹੈ ਤੇ ਦੂਜਾ ਕੈਦੀ ਹੈ। ਜਿਹੜਾ ਜੇਲਰ ਹੈ ਉਹ ਆਪਣੀ ਡਿਊਟੀ ਵਜਾਉਣ ਆਉਂਦਾ ਹੈ, ਉਹਨੇ ਵਕਤ ਸਿਰ ਆਣਾ ਹੈ, ਆਪਣਾ ਕੰਮ ਕਰਕੇ ਵਾਪਸ ਪਰਤ ਜਾਣਾ ਹੈ। ਦੂਜਾ ਵਿਅਕਤੀ ਉਸੇ ਹੀ ਅਸਥਾਨ ਦੇ ਉੱਤੇ ਜਿਹੜਾ ਕੈਦ ਦੇ ਵਿੱਚ ਹੈ, ਉਸ ਨੂੰ ਇਹ ਪਰਮਿਸ਼ਨ ਨਹੀਂ ਹੈਗੀ ਕਿ ਉਹ ਆਏ ਤੇ ਉਹ ਚਲਾ ਜਾਏ। ਇਹ ਮੈਂ ਬੇਨਤੀ ਕਿਉਂ ਕਰ ਰਿਹਾ? ਇਸ ਫਰਕ ਨੂੰ ਸਮਝਣ ਦੀ ਲੋੜ ਹੈ। ਵਚਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਤੇ ਗੁਰੂ ਨਾਨਕ ਸਾਹਿਬ ਨੂੰ ਇਹ ਸਵਾਲ ਕੀਤਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਦੇ ਸਨਮੁਖ ਇਹ ਸਵਾਲ ਆਇਆ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਨਮੁਖ ਇਹ ਸਵਾਲ ਆਇਆ, ਮਹਾਰਾਜ ਤੁਹਾਡੀ ਬਾਣੀ ਸਾਰਿਆਂ ਨੂੰ ਕਹਿੰਦੀ ਏ, ਫਰੀਦਾ ਜੰਗਲ ਜੰਗਲ ਕਿਆ ਭਵੈ, ਵਣ ਕੰਡਾ ਮੋੜੈ, ਵੱਸੀ ਰੱਬ ਹਿਆਲੀ ਐ, ਜੰਗਲ ਕਿਆ ਢੂੰਡੈ। ਤੁਹਾਡੇ ਬੋਲ ਇਹ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਵਿੱਚ, ਜਿਹੜਾ ਮੈਂ ਸ਼ਬਦ ਆਪ ਜੀ ਦੇ ਸਨਮੁਖ ਪੜ੍ਹ ਰਿਹਾ ਸਾਂ। ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਕਮਾਲ ਦੀਆਂ ਉਦਾਹਰਨਾਂ ਹਜ਼ੂਰ ਨੇ ਅੱਗੇ ਵਰਤੀਆਂ। ਪੋਹਪ ਮੱਧ ਜਿਉਂ ਬਾਸ ਬਸਤੇ। ਪੋਹਪ ਕਹਿੰਦੇ ਨੇ ਫੁੱਲ ਨੂੰ, ਜਿਵੇਂ ਫੁੱਲ ਦੇ ਵਿੱਚ ਮਹਿਕ ਰਹਿੰਦੀ ਹੈ। ਹੁਣ ਬੰਦਾ ਜਿੰਨੀਆਂ ਮਰਜ਼ੀ ਐਨਕਾਂ ਲਾ ਕੇ ਵੇਖਦਾ ਰਵੇ ਵੀ ਮਹਿਕ ਦਾ ਰੰਗ ਕਿਹੋ ਜਿਹਾ ਹੈ, ਉਹਨੂੰ ਤੇ ਮਹਿਸੂਸ ਹੀ ਕੀਤਾ ਜਾ ਸਕਦਾ। ਮੈਨੂੰ ਖਿਮਾ ਕਰਿਆ ਜੀ, ਪਰਮੇਸ਼ਰ ਦਾ ਸਾਰੇ ਦਾ ਸਾਰਾ ਕਨਸੈਪਟ ਹੀ ਰੀਅਲਾਈਜੇਸ਼ਨ ਦੇ ਉੱਤੇ ਟਿਕਿਆ ਹੋਇਆ ਹੈ, ਮਹਿਸੂਸ ਦੇ ਉੱਤੇ ਖਲੋਤਾ ਹੋਇਆ ਹੈ। ਜੇ ਰਸਨਾ ਦੇ ਉੱਤੇ ਸਤਨਾਮ ਵਾਹਿਗੁਰੂ ਦਾ ਉਚਾਰਨ ਕਰਦਿਆਂ ਹੋਇਆਂ ਸਾਡੇ ਜਿਹਨ ਵਿੱਚ ਉਹਦੀ ਅਜ਼ਮਤ ਦਾ ਅਹਿਸਾਸ ਹੈ, ਤੇ ਯਕੀਨਨ ਸਾਡੇ ਮੂੰਹੋਂ ਨਿਕਲਿਆ ਹੋਇਆ ਉਹ ਅੱਖਰ ਮਾਲਕ ਦੇ ਦਰ ਤੇ ਪ੍ਰਵਾਨ ਹੈ। ਮੈਂ ਪਹਿਲਾਂ ਵੀ ਇਹ ਬੇਨਤੀ ਕੀਤੀ ਸੀ, ਸਾਹਿਬੇ ਕਮਾਲ ਸਰਬੰਸ ਦਾਨੀ ਦਸ਼ਮੇਸ਼ ਪਿਤਾ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਦੁਨੀਆ ਨੂੰ ਇਹ ਗੱਲ ਕਹਿੰਦੇ ਨੇ, ਉਹ ਭਲਿਓ ਏਕ ਚਿੱਤ। ਮਨ ਇਕਾਗਰ ਕਰਕੇ ਬੇਨਤੀ ਨੂੰ ਸੁਣਿਆ ਜੇ ਮਾਈਂਡ ਦੀ ਕੌਨਸੈਂਟਰੇਸ਼ਨ ਦੇ ਨਾਲ ਇਕਾਗਰ ਚਿੱਤ ਹੋ ਕੇ ਕਿਸੇ ਵੀ ਦੁਨੀਆ ਦੇ ਬੰਦੇ ਨੇ ਇੱਕ ਛਿਨ ਧਿਆਇਓ। ਮੈਨੂੰ ਮਾਫ ਕਰਿਆ ਕਿ ਜ਼ਿੰਦਗੀ ਦੇ ਕਿੰਨੇ ਸਾਲ ਲੰਘ ਗਏ ਨੇ ਸਾਨੂੰ ਬਤੀਤ ਕਰਦਿਆਂ ਹੋਇਆਂ, ਅਜੇ ਇੱਕ ਛਿਨ ਹੀ ਉਹ ਸਾਡੀ ਜ਼ਿੰਦਗੀ ਵਿੱਚ ਨਹੀਂ ਆਇਆ। ਤੇ ਇਹ ਯਤਨ ਕਿਉਂ ਹੈ? ਸਤਸੰਗ ਕਿਉਂ ਹੈ? ਪਾਠ ਕਿਉਂ ਹੈ? ਕੀਰਤਨ ਕਿਉਂ ਹੈ? ਸੱਚੇ ਪਾਤਸ਼ਾਹ ਕਿਤੇ ਤਰੁੱਠ ਕੇ ਆਪਣੀ ਬਖਸ਼ਿਸ਼ ਦਾ ਹੱਥ ਸਾਡੇ ਸਿਰ ਦੇ ਉੱਤੇ ਰੱਖ, ਤੇ ਜਿਹੜੇ ਬਚਨ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਰਪਾ ਕਰਦੇ ਹੋ, ਮੇਰੇ ਖਿਆਲ ਸਾਰਿਆਂ ਨੂੰ ਚੇਤੇ ਹੋਣਗੇ, ਜਰੂਰ ਕਿਰਪਾ ਕਰਿਆ ਜੇ। ਹਜ਼ੂਰ ਕਹਿਣ ਲੱਗੇ, ਏਕ ਅੱਖਰ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ, ਬਹੁੜ ਜਨਮ ਨਾ ਆਵਾਂ। ਮਹਾਰਾਜ ਨੇ ਕਿਣਕਾ ਅੱਖਰ ਵੀ ਵਰਤਿਆ ਜਦੋਂ ਹਜ਼ੂਰ ਕਹਿੰਦੇ ਨੇ ਕਿਣਕਾ ਏਕ ਜਿਸ ਜੀ ਬਸਾਵੇ। ਇਸ ਗੱਲ ਦਾ ਦੂਜਾ ਪਾਸਾ ਸਮਝਣ ਦੀ ਕੋਸ਼ਿਸ਼ ਕਰੀਏ ਵੀ ਇੰਨਾ ਟਾਈਮ ਲੰਘਾ ਕੇ ਕੀ ਆਪਾਂ ਇੱਕ ਕਿਣਕਾ ਵੀ ਨਾ ਵਸਾ ਸਕੇ। ਹਜ਼ੂਰ ਕੀ ਕਹਿੰਦੇ ਨੇ, ਏਕ ਚਿੱਤ ਜੇ ਇੱਕ ਛਿਨ ਧਿਆਇਓ। ਇੱਕ ਛਿਨ ਜਿੰਨਾ ਸਮਾਂ ਵੀ ਇਕਾਗਰ ਚਿੱਤ ਹੋ ਕੇ ਰੱਬ ਨੂੰ ਚੇਤੇ ਕਰ ਲਿਆ। ਹਜ਼ੂਰ ਬਖਸ਼ਿਸ਼ ਕਰਦਿਆਂ ਕਹਿਣ ਲੱਗੇ, ਚੇਤੇ ਰੱਖਿਆ ਜੇ
ਕਾਲ ਫਾਂਸ ਕੇ बीच ना आयो। गुरु तेग बहादुर साहब बख्शिश करदियां कहन लगे, काहे रे बन खोजन जाई सर्ब निवासी, सदा अलेपा तो ही संग समाई, पोहप मद ज्यों बास बस्त है, मुकर माहे जैसे छाई, तैसे ही हर बसै निरंतर, घट ही खोजो भाई, बाहर भीतर एको जानो, ए गुर ज्ञान बताई, जन नानक बिन आपा चीनै, मिटै ना भ्रम की काई। मैं काल दे विच शब्द आप जी दे सन्मुख पढ़िया, पर जड़ियां उदाहरणां गुरु ग्रंथ साहब दे विच आईयां ने ना, बड़े कमाल दियां ने। मैं दो उदाहरणां दा जिक्र करांगा, दो एग्जाम्पल दा। महाराज एक थां दे उत्ते बख्शिश करदे ने, कहन लगे, सत संगत मिल रही है माधो। संगत विच एवें मिल के रह जैसे मदप मखीरा, जिवें छत्ते दे उत्ते मक्खियां रल के रहिंदियां ने। हुण वेखण च गल बड़ी कॉमन लगदी है ना पर सारिआं नूं, पर जदों महापुरखां दे कोल, सतसंगियां दे कोल, रब दे प्यारिआं दी संगत करी दी है, ਉਹ फिर ये डूंघे नुकते खोलने ने। वो की कहते ने, कहन लगे सच्चाई की है इस सारी वार्तालाप दे विच? सच्चाई ये है भी जिन्नियां मक्खियां उस छत्ते दे उत्ते बैठियां ने, डंग सारियां दे कोल मौजूद है, पर हैरानगी इस गल दी है किड्डी समझ है उन्हां दे विच, कोई भी धिर दूजी धिर नूं डंग होण दे बावजूद भी डंग नहीं मारदी। ते साडा सुभाअ की है, मौका मिलना चाहिए, मौका बनना चाहिए। किहड़ा वेला है सानू ओ समा बने ते असी दसीए भी साडी असलीयत की है, ते असी ओहदे मूंहों दूजी धिर नूं इह गल कहने आ, भाई जदों वेला आया, जदों मेरे हाथ ताकत आई, फिर मैं तेनों दसांगा मेरी असलीयत की है। गुरु तेग बहादुर साहब जी का जिहड़ा शब्द आपां पढ़ रहे सां, हजूर कहन लगे, पोहप मद ज्यों बास बस्त है। अगे की है जी पाठ, मुकर माहे जैसे छाई, जिवें शीशे दे विच तू बंदिया अपना अक्ष वेखदा है। गुरु प्यारी साध संगत, महात्मा बुद्ध अपने प्रवचनां दे विच इह गल दसदे ने। गुरु ग्रंथ साहब दे भी बचन ने, मैं बाद च इहदा प्रमाण बोलांगा। जे पानी वहिंदा पिया है फ्लो दे विच, तां भी आपां अपना चेहरा उस पानी विच नहीं वेख सकदे। पानी दा वहना की है? आपां गुरुद्वारे बैठे आ, सानू लगदा है बाबा उच्ची उच्ची बोलदा पिया, बेचारा ठीक ही कहंदा होएगा। असीं बाहर जाना है, ये गल्लां साडीआं इत्थे एवें ही रह जाणीआं ने, अगले होर विचार साडे मन दे विच आ जाणे ने। ये भी वैसे एडी माड़ी गल नहीं, पर जे गुरुद्वारे बैठिया ही शरीर इत्थे है ते विचार होर आउंदे पए ने, फिर ते सानू सोचण वास्ते मजबूर होना पएगा ना। ते किसे वेले बंदा धक्के दे नाल गल सुणन दी कोशिश भी करे, ते हुण साडे हत्थां दे विच आ बला ऐसी फड़ा दित्ती है, इहने टिक टिक वजी जाना है, ते बंदा चाह के भी कॉन्सनट्रेट नहीं कर सकदा। मैं कहना जिन्ने साधन वध गए ने अज इंटरटेनमेंट दे, फिर भी मेरा सिर झुकदा तुहाडे चरनां उत्ते। तुसीं संगत विच टिक के बैठे होए जे, है नहीं सौखा। जिहड़ी जंगलां दी गल गुरु ग्रंथ साहब विच कीती है ना, मैनूं माफ करिया जे, हुण मैनूं लगदा हर बंदे दे हत्थ विच ही मॉडर्न सिस्टम ने जंगल फड़ा दिता है। इहदे विच घुस जा, सारा दिन तेनूं बाहर निकलण दी लोड़ नहीं। ऐसी अजीबो गरीब मनोदशा जड़ी मनुख दी ओ बन गई। थोड़ा जिहा होर अगे वधीए। अगली बेनती, जे पानी गंधला है, जे पानी डरटी है, मैला है, ਉਹਦੇ ਵਿੱਚ भी ਆਪਾਂ चेहरा नहीं वेख सकते। जे पानी चुल्हे उत्ते रखिया होया है, उबलदा पिया है, पानी चुल्हे उत्ते रखना की है जदों आपां गुस्से दे विच हां, ते जे पानी नूं फ्रीजर दे विच रख दिता है, बर्फ बन गई, तां भी आपां ਉਹਦੇ ਵਿੱਚ अपना अक्ष नहीं वेख सकते। मेरे गुरु ग्रंथ साहब बख्शिश करदियां कहन लगे, पानी माहे देख मुख जैसा, नामे का स्वामी बेठुल ऐसा। साहिब कमाल सरबंस दानी दशमेश पिता नूं आपां अज चेते कर रहे हैं।
ਭਾਈ ਸਾਹਿਬ ਭਾਈ ਸੰਤੋਖ ਸਿੰਘ ਦੇ ਬੋਲ ਨੇ ਵਿਸਾਖੀ 1699 ਨੂੰ ਜਦੋਂ ਮੇਰੇ ਸਾਹਿਬ ਨੇ ਇਹ ਗੱਲ ਕਹੀ ਸੰਸਾਰ ਦੇ ਸਨਮੁਖ, ਖਾਲਸਾ ਗੁਰੂ ਗੁਰੂ ਖਾਲਸਾ ਕਰੋ ਮੈਂ ਅਬ, जैसे गुरु नानक जी अंगद को कीन्यो, शंक ना करीजै सावधान होए दीजै, अमृत छकाओ मोहे जैसे तुम लीन्यो। ते गुरु प्यारी साध संगत नंदेड़ साहब दी पावन पवित्र धरती दे उत्ते एक लंबा समा दमदमा साहब गुजारन तो बाद, दमदमा साहब दा इतिहास भी बड़ा विलक्षण है, बड़ा कमाल है। मैं एक दो मिनटां दे विच टूक मात्र बेनती करां। भाई डल्ला उंज ते कहिंदा है, सच्चे पातशाह मैं तुहाडा सेवक हां, मेरे वड्डे भाग ने मैनूं तुहाडी सेवा करन दा मौका मिले। पर विचों विचों जदों ओनूं पता लगदा है कि वड्डे साहिबजादियां दी भी शहादत हो गई है, चमकौर दी जंग होई है, आनंदपुर दा किला छड्डना पिया है, ते जिहड़ा पिछला समा सतगुरु जी गुजार के आए ने वो बहुत डाढा बहुत मुश्किल वाला बड़ा औखा सीगा। मेरी बेनती वल ध्यान दिया जे। ते भाई डल्ला हथ जोड़े ने, सिर झुकाया होया, निमरता विच ही कहिंदा है, महाराज इन्नियां दरपेश चुनौतियां तुहाडे सामने आईयां ते तुसी मैनू नहीं याद कीता। धन सतगुरु श्री गुरु गोबिंद सिंह पातशाह जी महाराज मुस्कुराउंदियां कहन लगे, डलिया मैं अज तक ये ते सुनिया सी सिख याद करदा ते गुरु हाज़र हुंदा है, तू ते सारा इतिहास ही पलटन लगा है। आ पहली बारी अजीबो गरीब गल सुन रहे हैं कि तू कह रहे हैं कि डले नूं याद नहीं कीता। कारण दस भी तेनू क्यों याद कर दे। हुण वो कारण दसदा है, जिहड़ी गल करके उन्हें कहा सी भी मैनू याद कर दे। महाराज एडी मेरे कोल धन दौलत, एडे मेरे कोल सिपाही, एडा लाओ लश्कर, आपां ते तहस नहस कर देना सीगा सारे वरतारे नूं। तुसीं एक वारी मैनू मौका ते देंदे। धन सतगुरु श्री गुरु गोबिंद सिंह पातशाह जी महाराज दे कोल ना कोई सज्जन बंदूक भेटा करने वास्ते आया। भाई डल्ला अग्रैसिव होके अपनी सारी गल कह रहा है ते गुरु गोबिंद सिंह पातशाह जी महाराज कहन लगे, डलिया जड़े सिपाहियां दे डौलियां उत्ते तेनू माण है ना, जा इंज कर उन्हां नूं बुला के लिया, अज आपां बंदूक दी परख करिए, ये किड्डी कु चंगी है किड्डी कु माड़ी है, नाले तेरे सिपाहियां दी परख हो जाएगी ते नाले इस बंदूक दी परख हो जाएगी। उन्हें जड़ा कोल खलोता सज्जन सी उन्होंने कहा भी जा भाई सिपाही नूं बुला के लिया किसी एक नूं। वो एक एक करके सारे सिपाहियां दे कोल गया ते सारियां दा सांझा जड़ा जवाब सीगा वो कहन लगे भी महाराज ने बंदूक परखनी है, किसी जानवर ते परख ले, किसी पंछी ते परख ले, असीं तुहाडे मुलाजम हां, पर इहदा मतलब ये थोड़ा भी सिर्फ बंदूकां परखण वास्ते असीं अपनी जान दे दईए। ये साडे लई बहुत मुश्किल है, बहुत औखा है। जे कोई जंग चलदा होवे ते उत्थे मर जाइए गल वखरी है, पर इत्थे खामखा जान देण दा तां कोई मुੱਲ नहीं ना, कोई सियाणप नहीं। जिस वेले उस सुनेहा लैके गया होया सज्जन वापस परतिया ते भाई डल्ले दा सिर झुक गया, उन्होंने समझ लग गई मैं कुछ ज्यादा बोल बैठा, ज्यादा कह बैठा। हुण गुरु गोबिंद सिंह पातशाह जी महाराज भाई डल्ले नूं कहिंदे ने, जा इंज कर तू किसी भी सिख नूं बुला के लिया जिहड़े मेरे नाल आए ने। सके प्यो पुत्र ने भाई बीर सिंह भाई धीर सिंह ते अद्धी दस्तार बन्नी है ते अद्धी बन्नदे पए ने, दोवें वक्खो वखरे शीशियां दे विच। आवाज दिती गुरु गोबिंद सिंह पातशाह जी महाराज नूं किसी ने बंदूक भेटा करनी है, बंदूक दी परख करनी है। गुरु चेते करदा पिया है। प्यो आके कहंदा पहला मैनू आवाज सुनी है, पुत्र आके कहंदा नहीं पहला आवाज मैनू सुनी है। भाई डल्ला हुण कोल खलोता होया। प्यो कहंदा सतगुरु जी मेरे उत्ते बंदूक दी परख करो,
ਤੇ ਪੁੱਤਰ ਕਹਿੰਦਾ ਨਹੀਂ ਸੱਚੇ ਪਾਤਸ਼ਾਹ ਮੇਰੇ ਉੱਤੇ ਬੰਦੂਕ ਦੀ ਪਰਖ ਕਰੋ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਦੋਵਾਂ ਨੂੰ ਹੀ ਕਹਿਣ ਲੱਗੇ ਤੁਸੀਂ ਇਕੱਠੇ ਇੱਕੋ ਲਾਈਨ ਦੇ ਵਿੱਚ ਖਲੋ ਜਾਓ, ਤੁਹਾਡੇ ਦੋਵਾਂ ਦੇ ਉੱਤੇ ਬੰਦੂਕ ਦੀ ਪਰਖ ਹੋਵੇਗੀ। ਤੇ ਹੁਣ ਭਾਈ ਡੱਲਾ ਕੋਲ ਖਲੋਤਾ ਹੋਇਆ। ਮੇਰੇ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਜਿਨ੍ਹਾਂ ਨੂੰ ਚੇਤੇ ਨੇ ਜ਼ਰੂਰ ਕਿਰਪਾ ਕਰਿਆ ਜੇ। ਕਬੀਰ ਸਤਗੁਰ ਸੂਰਮੇ ਬਾਇਆ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਭਰਿਆ। ਭਾਈ ਡੱਲੇ ਨੂੰ ਆਪਣੀ ਅਸਲੀਅਤ ਸਮਝ ਲੱਗ ਗਈ ਕਿ ਮੈਂ ਜਿਨ੍ਹਾਂ ਦੇ ਡੌਲਿਆਂ ਤੇ ਮਾਣ ਕਰਦਾ ਸਾਂ ਉਹਨਾਂ ਤੇ ਇੱਕ ਵੀ ਮੇਰੀ ਗੱਲ ਨਾ ਪੁਗਾਈ। ਤੇ ਐਸੇ ਯੋਧੇ, ਐਸੇ ਬਹਾਦਰ, ਐਸੇ ਸ਼ੂਰਬੀਰ, ਐਸੇ ਬਲਸ਼ਾਲੀ ਇਹਨਾਂ ਦੇ ਸਾਹਮਣੇ ਜਿਹੜੇ ਮੇਰੇ ਸਿਪਾਹੀ ਨੇ ਉਹਨਾਂ ਦਾ ਤੇ ਕੌਡੀ ਮੁੱਲ ਵੀ ਨਹੀਂ ਹੈਗਾ। ਅਹਿਸਾਸ ਹੋ ਗਿਆ ਆਪਣੀ ਗਲਤੀ ਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਨਿਸ਼ਾਨਾ ਬੰਨ੍ਹਦੇ ਨੇ, ਗੋਲੀ ਚਲਾਉਂਦੇ ਨੇ, ਉਹਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਦੋਵੇਂ ਹੀ ਪਿਓ ਪੁੱਤਰ ਅੱਡੀਆਂ ਚੁੱਕ ਚੁੱਕ ਕੇ ਗੋਲੀ ਖਾਣ ਵਾਸਤੇ। ਤੇ ਇਸ ਫਰਕ ਨੂੰ ਸਮਝਿਆ ਜੇ ਸਾਧ ਸੰਗਤ, ਜਿਹੜੇ ਚਮਕੌਰ ਦੀ ਗੜੀ ਵਿੱਚ 40 ਨੇ ਨਾ, ਤੇ ਜਿਹੜੇ ਬਾਹਰ ਖਲੋਤੇ ਹੋਏ 10 ਲੱਖ ਨੇ, ਉਹ 10 ਲੱਖ ਕਿਸੇ ਨੂੰ ਕਹਿ ਕੇ ਆਏ ਨੇ ਵੀ ਅਸੀਂ ਘਰ ਤਨਖਾਹ ਲੈ ਕੇ ਵਾਪਸ ਪਰਤਾਂਗੇ। ਜਿਹੜੇ ਅੰਦਰ 40 ਨੇ ਉਹਨਾਂ ਨੂੰ ਪਤਾ ਹੈ ਸਾਡੀ ਜ਼ਿੰਦਗੀ ਵੀ ਗੁਰੂ ਗੋਬਿੰਦ ਸਿੰਘ ਦੇ ਲੇਖੇ ਹੈ, ਤੇ ਜੇ ਸਾਡੀ ਮੌਤ ਹੁੰਦੀ ਹੈ ਤੇ ਉਹ ਵੀ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਪ੍ਰਵਾਨ ਹੈ। ਦੂਜੀ ਧਿਰ ਨਾਲ ਕੰਪਰੋਮਾਈਜ਼ ਕਰਨ ਦੇ ਨਾਲੋਂ ਚੰਗਾ ਹੈ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਤੋਂ ਆਪਣੇ ਆਪ ਨੂੰ ਲੇਖੇ ਲਾ ਦਈਏ। ਮੈਂ ਕਥਾ ਦੀ ਪ੍ਰਾਰੰਭਤਾ ਕਰਨ ਵੇਲੇ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪੜ੍ਹਿਆ ਸੀ, ਸੋ ਗੁਰ ਕਰੋ ਜੇ ਬਹੁਰ ਨਾ ਕਰਨਾ, ਸੋ ਧਿਆਨ ਧਰੋ ਜੇ ਬਹੁਰ ਨਾ ਧਰਨਾ, ਐਸੇ ਮਰੋ ਜੇ ਬਹੁਰ ਨਾ ਮਰਨਾ। ਮਹਾਤਮਾ ਬੁੱਧ ਦੀ ਜਿਸ ਗੱਲ ਦਾ ਜ਼ਿਕਰ ਕੀਤਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਸ਼ਬਦ ਪੜਿਆ, ਪੋਹਕ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੈ ਨਿਰੰਤਰ, ਘਟ ਹੀ ਖੋਜੋ ਭਾਈ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਨੂੰ ਭਾਈ ਡੱਲਾ ਹੱਥ ਬੰਨ੍ਹ ਕੇ ਬੇਨਤੀ ਕਰਦਾ ਹੈ, ਦਾਤਿਆ ਤੁਸੀਂ ਮੌਕਾ ਦਿੱਤਾ, ਮੈਂ ਖਿਦਮਤ ਕੀਤੀ, ਪੀੜੀ ਜਿੰਨੀ ਥਾਂ ਆਪਣੇ ਚਰਨਾਂ ਵਿੱਚ ਦੇ ਦਿਆ ਜੀ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਕਹਿਣ ਲੱਗੇ, ਡੱਲਿਆ ਇਹ ਚੇਤੇ ਰੱਖੀ, ਗੁਰੂ ਦਾ ਸਿੱਖ ਨਾਲ ਸੰਸਾਰ ਨਾਲ ਇਸ ਗੱਲ ਦਾ ਵਾਅਦਾ ਹੈ, ਜੇ ਤੂੰ ਮੇਰਾ ਹੋਏ ਰਹੈਂ ਸਭ ਜਗ ਤੇਰਾ ਹੋਏ। ਇੱਕ ਹੋਰ ਅਹਿਮ ਨੁਕਤਾ, ਅਹਿਮ ਗੱਲ ਇੱਥੇ ਵਾਪਰੀ ਹੈ, ਤੂੰ ਪਦਾਰਥਾਂ ਨਾਲ ਸੇਵਾ ਕੀਤੀ ਹੈ, ਜਿੰਨੇ ਪਦਾਰਥ ਮੰਗੇਗਾ ਗੁਰੂ ਨਾਨਕ ਤੇਰੀ ਝੋਲੀ ਭਰ ਦੇਗਾ, ਪਰ ਜਿਹੜੀ ਡਿਮਾਂਡ ਤੂੰ ਅਗਲੀ ਰੱਖ ਰਿਹਾ ਹੈ, ਜੇ ਡੱਲਿਆ ਗੁਰੂ ਨਾਨਕ ਦੇ ਦਰ ਦੇ ਉੱਤੇ ਪ੍ਰਵਾਨ ਚੜ੍ਹਨਾ ਚਾਹੁੰਦਾ ਹੈ ਤੇ ਤੈਨੂੰ ਗੁਰੂ ਵਾਲਾ ਬਣਨਾ ਪਏਗਾ, ਤੈਨੂੰ ਖੰਡੇ ਬਾਟੇ ਦੀ ਪੌਲ ਛਕਣੀ ਪਵੇਗੀ। ਤੇ ਇਹ ਆਵਾਜ਼ ਜਿੱਥੋਂ ਤੱਕ ਵੀ ਜਾ ਰਹੀ ਹੈ, ਜੇ ਗੁਰੂ ਗੋਬਿੰਦ, ਅੱਜ ਇਹ ਗੱਲ ਵੱਖਰੀ ਹੈ ਵੀ ਸਾਡੇ ਕੋਲ ਦਲੀਲਾਂ ਬੜੀਆਂ ਨੇ, ਗੱਲਾਂ ਬੜੀਆਂ ਨੇ, ਅਸੀਂ ਆਪਦੇ ਮਨ ਦੀ ਝੂਠੀ ਤਸੱਲੀ ਵਾਸਤੇ ਉਹਨਾਂ ਗੱਲਾਂ ਨੂੰ ਘੜ ਕੇ ਇੱਕ ਦੂਜੇ ਨੂੰ ਦੱਸਦੇ ਆ, ਸੁਣਾਉਂਦੇ ਆ। ਉਹਦਾ ਮੀਨਿੰਗ ਸਿਰਫ ਇੰਨਾ ਹੀ ਹੈ ਵੀ ਸਾਡਾ ਮਨ ਹੌਲਾ ਹੈ ਜਾਂ ਅਸੀਂ ਉਸ ਕਸਵੱਟੀ ਦੇ ਉੱਤੇ ਖਰੇ ਨਹੀਂ ਉਤਰ ਸਕਦੇ। ਅਦਰਵਾਈਜ਼ ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਪੱਖ ਤੋਂ ਗੁਰੂ ਨੇ ਇਹ ਗੱਲ ਅੱਖੋਂ ਪਰੋਖੇ ਕੀਤੀ ਹੋਵੇ ਕਿ ਗੁਰੂ ਨਾਨਕ ਦੇ ਘਰ ਵਿੱਚ ਖੰਡੇ ਬਾਟੇ ਦੀ ਪੌਲ ਛਕੇ ਤੋਂ ਇਲਾਵਾ ਕੋਈ ਹੋਰ ਸਾਧਨ ਸਿੱਖ ਦੇ ਕੋਲ ਹੈ ਗੁਰੂ ਨੂੰ ਧਾਰਨ ਕਰਨ ਦਾ। ਤੇ ਗੁਰੂ ਪਿਆਰੀ ਸਾਧ ਸੰਗਤ, ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਨੂੰ ਦੋਵੇਂ ਹੱਥ ਬੰਨ੍ਹ ਕੇ ਨੰਦੇੜ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇਹ ਸਵਾਲ ਕਰਦੇ ਨੇ, ਦਾਤਿਆ ਜੇ ਤੁਹਾਡੇ ਦਰਸ਼ਨ ਕਰਨੇ ਹੋਣ, ਸਾਨੂੰ ਲੜ ਤੁਸੀਂ ਗੁਰੂ ਗ੍ਰੰਥ ਦੇ ਲਾ ਕੇ ਚੱਲੇ ਹੋ। ਤੇ ਇਹ ਨੁਕਤਾ ਬਹੁਤ ਗੰਭੀਰ ਤੇ ਲੰਮੇਰੇ ਚਿੰਤਨ ਵਾਲਾ ਹੈ। ਜਦੋਂ ਆਪਾਂ ਇਹ ਬੋਲਦੇ ਹਾਂ, ਆਤਮਾ ਗ੍ਰੰਥ ਵਿੱਚ ਤੇ ਸਰੀਰ
ਪੰਥ ਵਿੱਚ ਇਹਨਾਂ ਦੋਵਾਂ ਦੇ ਸੁਮੇਲ ਨੂੰ ਗੁਰੂ ਪੰਥ ਕਿਹਾ ਜਾਂਦਾ ਹੈ। ਜੇ ਸਿੱਖ ਰਹਿਤ ਮਰਿਆਦਾ ਦੇ ਵਿੱਚ ਇਸ ਡੈਫੀਨੇਸ਼ਨ ਨੂੰ ਪੜ੍ਹੋਗੇ ਤੇ ਬੜੇ ਕਮਾਲ ਦੇ ਬੋਲ ਲਿਖੇ ਹੋਏ ਨੇ। ਤਿਆਰ ਬਰ ਤਿਆਰ ਸਿੰਘਾਂ ਦੇ ਸਮੂਹ ਨੂੰ ਗੁਰੂ ਪੰਥ ਆਖਿਆ ਜਾਂਦਾ ਹੈ। ਹਜ਼ੂਰ ਕਹਿਣ ਲੱਗੇ ਜੇ ਮੇਰੇ ਦਰਸ਼ਨ ਕਰਨੇ ਨੇ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤੇ, 5 ਸਿੰਘਾਂ ਦੇ ਦਰਸ਼ਨ ਕਰ ਲਿਆ ਜੇ, ਉਹਨਾਂ 5 ਦੇ ਵਿੱਚੋਂ ਤੁਹਾਨੂੰ ਮੇਰੇ ਦੀਦਾਰ ਹੋਣਗੇ। ਅੱਜ ਸਿੱਖ ਪਤਾ ਨਹੀਂ ਕਿਹੜੀ ਭਾਵਨਾ ਦੇ ਵਿੱਚ ਸੀ। ਹਜ਼ੂਰ ਕਹਿਣ ਲੱਗੇ 5 ਨਾ ਮਿਲਣ, ਹਜ਼ੂਰ ਕਹਿਣ 4। ਸੱਚੇ ਪਾਤਸ਼ਾਹ 4 ਵੀ ਨਾ ਮਿਲਣ, ਹਜ਼ੂਰ ਕਹਿਣ ਲੱਗੇ 3। ਸੱਚੇ ਪਾਤਸ਼ਾਹ ਜੇ ਕਿਤੇ 3 ਵੀ ਨਾ, 3 ਦੇ ਦਰਸ਼ਨ ਵੀ ਨਾ ਹੋਣ, ਹਜ਼ੂਰ ਕਹਿਣ ਲੱਗੇ 2। ਸੱਚੇ ਪਾਤਸ਼ਾਹ ਜੇ 2 ਵੀ ਨਾ ਮਿਲਣ, ਮੈਨੂੰ ਚੇਤੇ ਹੈ ਮੇਰੇ ਖਿਆਲ 90-92 ਦੀ ਗੱਲ ਹੈ, ਬੜੇ ਵੱਡੇ ਤਲ ਦੇ ਉੱਤੇ ਇਹ ਇਸ਼ਤਿਹਾਰ ਵੰਡੇ ਗਏ, ਪ੍ਰਚਾਰੇ ਗਏ, ਤੇ ਇਹ ਗੱਲ ਮੈਨੂੰ ਅੱਜ 30 ਸਾਲਾਂ ਬਾਅਦ ਵੀ ਸੱਚੀ ਜਾਪਦੀ ਹੈ। ਕੀ ਲਿਖਿਆ ਸੀ ਉਸ ਲੋਗੋ ਦੇ ਉੱਤੇ, ਉਸ ਬੈਨਰ ਦੇ ਉੱਤੇ? ਜੇ ਸਿੱਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ। ਫਾਰਮਰ ਐਜੀਟੇਸ਼ਨ ਦੇ ਵੇਲੇ ਤੁਸੀਂ ਇੱਕ ਹੋਏ ਜੇ। ਮੈਂ ਕਹਿੰਦਾ ਦੁਨੀਆ ਦੀ ਕਿੱਡੀ ਵੱਡੀ ਤਾਕਤ ਨੇ ਤੁਹਾਡੇ ਅੱਗੇ ਗੋਡੇ ਟੇਕੇ ਨੇ, ਹਾਰ ਮੰਨੀ ਹੈ। ਕੰਡੀਸ਼ਨ ਕੀ ਸੀ? ਤੁਹਾਡੀ ਯੂਨਿਟੀ ਸੀ। ਉਹ ਇੱਕ ਐਸਾ ਕਨਸੈਪਟ ਸੀ ਜਿਹਦੇ ਉੱਤੇ ਤੁਸੀਂ ਸਾਰੇ ਇਕਜੁੱਟ ਹੋਏ, ਤੁਸੀਂ ਇਕੱਠੇ ਹੋਏ। ਅਗਲੀ ਬੇਨਤੀ, ਜੇ ਸੱਚੇ ਪਾਤਸ਼ਾਹ 2 ਵੀ ਨਾ ਮਿਲਣ, 1 ਵੀ ਨਾ ਮਿਲੇ, ਤਾਂ ਜਿਹੜੇ ਬੋਲ ਮੇਰੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕਿਰਪਾ ਕੀਤੇ। ਹਜ਼ੂਰ ਕਹਿਣ ਲੱਗੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੀ, ਨਿਤਨੇਮ ਕਰੀ, ਗੁਰੂ ਗੁਰੂ ਜਪੀ, ਤੇ ਜਦੋਂ ਸ਼ੀਸ਼ੇ ਦੇ ਸਾਹਮਣੇ ਖਲੋਵੇਂਗਾ ਮੇਰੇ ਯਕੀਨ ਕਰੀ ਉੱਥੇ ਤੂੰ ਨਹੀਂ, ਤੇਰੇ ਰੂਪ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਖਲੋਤੇ ਹੋਣਗੇ। ਤੇ ਹਜ਼ੂਰ ਨੇ ਜ਼ਬਾਨੀ ਕਲਾਮੀ ਇਹ ਗੱਲ ਨਹੀਂ ਕਹੀ। ਕਹਿਣ ਲੱਗੇ ਮੈਂ ਆਪਣੀ ਜ਼ਿੰਦਗੀ ਵਿੱਚ ਸਹੁੰ ਖਾ ਕੇ ਇਹ ਗੱਲ ਕਹਿ ਰਿਹਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਹੜੀ ਗੱਲ? ਹਜ਼ੂਰ ਬਖਸ਼ਿਸ਼ ਕਰਦਿਆਂ ਕਹਿਣ ਲੱਗੇ ਯਾ ਮੈਂ ਰੰਚ ਨਾ ਮਿਥਿਆ ਭਾਖੀ, ਪਾਰ ਬ੍ਰਹਮ ਗੁਰੂ ਨਾਨਕ ਸਾਖੀ। ਸਾਰੇ ਕਿਰਪਾ ਕਰਿਆ ਜੇ ਖਾਲਸਾ ਮੇਰੋ, ਬਣੀ ਨਹੀਂ ਗੱਲ, ਦੁਬਾਰਾ ਕਿਰਪਾ ਕਰੋ। ਖਾਲਸਾ ਮੇਰੋ रूप है खास, खालसे मैं हो करो निवास। खालसा मेरो मुख है अंगा, खालसे कह हो साध साध संगा। खालसा मेरा मित्र सखाई, किन्नियां बख्शिशां। खालसा मेरी पिंड प्राण, खालसा मेरी जान की जान। ये सारा कुछ कह के हजूर ने एक गल होर आखी। महाराज कहन लगे जब लग खालसा रहे न्यारा, तब लग तेज दियो मैं सारा। जब ए गहे बेपरन की रीत, मैं ना करूं इनकी ਪ੍ਰਤੀਤ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਦੇ ਜੀਵਨ ਵਿੱਚ ਮੁਰਦਿਆਂ ਨੂੰ ਜਿੰਦਾ ਕਰਨ ਦੀ ਸਮਰੱਥਾ, ਜਿੰਦਾ ਕਰਨ ਦੀ ਤਾਕਤ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਦਾ ਨਾਂ ਹੀ ਐਡਾ ਵੱਡਾ ਹੈ, ਪੂਰੀ ਦੁਨੀਆ ਦੇ ਵੱਡੇ ਵੱਡੇ ਸਕਾਲਰਾਂ ਦੇ ਕੱਦ ਨੀਵੇਂ ਰਹਿ ਜਾਂਦੇ ਨੇ, ਛੋਟੇ ਰਹਿ ਜਾਂਦੇ ਨੇ। ਕਵੀ ਅੱਲਾ ਯਾਰ ਖਾਂ ਜੋਗੀ ਨੇ ਸਹੁੰ ਖਾ ਕੇ ਇਹ ਗੱਲ ਆਖੀ ਹੈ, करतार की सौगंध है नानक की कसम है, जितनी भी हो गुरु गोबिंद की तारीफ वो कम है। धन सतगुरु श्री गुरु गोबिंद सिंह पातशाह जी महाराज किरपा बख्शिश करन। शब्द दी विचार कल दे दीवान विच करांगे। इन्नियां बेनतियां प्रवान करिया जे सिख कौम दे बहुत ही सत्कारत कीर्तनीय भाई गुरमेल सिंह, भाई कुलदीप सिंह, भाई जगजीत सिंह, गुरु रामदास पातशाह जी महाराज के दर तो बरसाया इराकी जत्था है। भाई जिन्हां कोल भी समय जरूर हाजरी भरिया जे। किसी भी भूल चुक लिखिमा गुरफतेह दी सांझ करो। आखो जी वाहिगुरू जी का खालसा वाहिगुरू।